बहुत बहुत स्वागत तुहाडा सारिਆਂ ਦਾ ਚੰਡੀਗੜ੍ਹ दूरदर्शन ਦੇ ਇਸ ਵਿਹੜੇ ਦੇ ਵਿੱਚ। ਦਰਸ਼ਕੋ, जिस तरह कि ਤੁਸੀਂ ਜਾਣਦੇ ਹੋ कि ਵੱਖ-ਵੱਖ ਸਮੇਂ ਤੇ ਅਸੀਂ ਵੱਖ-ਵੱਖ ਪ੍ਰੋਗਰਾਮਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ। ਅੱਜ ਉਚੇਚੇ ਤੌਰ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨੀ ਦੇ ਉੱਤੇ, ਉਹਨਾਂ ਦੀ ਬਾਣੀ ਦੇ ਉੱਤੇ ਅਤੇ ਉਹਨਾਂ ਦੀ ਸ਼ਹਾਦਤ ਦੇ ਉੱਤੇ। ਔਰ ਖਾਸ ਤੌਰ ਤੇ ਇਸ ਦੇ ਉੱਤੇ ਗੱਲਬਾਤ ਕਰਨ ਲਈ ਅਸੀਂ ਉਚੇਚੇ ਤੌਰ ਤੇ ਸੱਦਿਆ ਹੈ ਡਾਕਟਰ ਤੇਜਵੰਤ ਸਿੰਘ ਗਿੱਲ ਹੋਰਾਂ ਨੂੰ, ਜਿਹੜੇ ਕਲਾ ਅਤੇ ਸਾਹਿਤ ਦੇ ਚਿੰਤਕ ਨੇ। ਭਾਸ਼ਾ ਵਿਭਾਗ ਦਾ ਸ਼੍ਰੋਮਣੀ ਸਾਹਿਤਕਾਰ ਅਵਾਰਡ ਜਿਨ੍ਹਾਂ ਨੂੰ ਮਿਲਿਆ ਹੈ। ਔਰ ਖਾਸ ਤੌਰ 'ਤੇ ਜਿਹੜੀ ਖਾਸ ਗੱਲ ਇਹਦੇ 'ਚ ਇਹ ਹੈ ਕਿ ਉਹਨਾਂ ਨੂੰ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਲਿਖਤਾਂ ਦੇ ਉੱਤੇ ਵੀ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਆਓ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡਾ ਸਵਾਗਤ। ਥੈਂਕ ਯੂ। ਡਾਕਟਰ ਸਾਹਿਬ, ਗੱਲ ਚੱਲਦੀ ਪਈ ਸੀਗੀ ਜਿਸ ਤਰ੍ਹਾਂ ਵੱਖ-ਵੱਖ ਨਜ਼ਰੀਏ ਹੁੰਦੇ ਨੇ ਗੁਰੂ ਸਾਹਿਬ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ, ਉਹਨਾਂ ਦੀ ਬਾਣੀ ਨੂੰ ਲੈ ਕੇ, ਉਹਨਾਂ ਦੀ ਜੀਵਨੀ ਨੂੰ ਲੈ ਕੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਹਿੰਦ ਦੀ ਚਾਦਰ ਦੇ ਨਾਮ ਦੇ ਨਾਲ ਉਹਨਾਂ ਨੂੰ ਸੰਬੋਧਨ ਵੀ ਕੀਤਾ ਗਿਆ। ਔਰ ਜਿਹੜੇ ਦੋ ਮਹਾਨ ਸ਼ਹੀਦ ਹੋਏ ਨੇ ਸਿੱਖ ਕੌਮ ਦੇ ਵਿੱਚ, ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਬਹੁਤ ਸਤਿਕਾਰ ਦੇ ਨਾਲ ਲਿਆ ਜਾਂਦਾ। ਇਹਨਾਂ ਦੇ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਇਹ ਗੱਲਬਾਤ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਜਨਮ ਅਤੇ ਜੀਵਨੀ ਜਿਹੜੀ ਮੁੱਢਲੀ ਹੈ ਉਹਦੇ ਬਾਰੇ ਪ੍ਰਕਾਸ਼ ਪਾਓ ਸਾਡੇ ਦਰਸ਼ਕਾਂ ਦੇ ਉੱਤੇ। ਗੁਰੂ ਤੇਗ ਬਹਾਦਰ ਗੁਰੂ ਹਰਗੋਬਿੰਦ ਦੇ ਸਭ ਤੋਂ ਛੋਟੇ ਬੇਟੇ ਸਨ ਜੀ। ਇਹਨਾਂ ਦਾ ਜਨਮ 1721 ਦੇ ਵਿੱਚ ਹੋਇਆ ਸੀ। ਠੀਕ ਹੈ ਜੀ। ਔਰ ਗੁਰਗੱਦੀ 'ਤੇ ਇਹ ਕਾਫੀ ਦੇਰ ਮਗਰੋਂ 1765 ਜਾਂ 66 ਦੇ ਕਰੀਬ ਜਾ ਕੇ ਬੈਠੇ ਸਨ। ਇਸ ਤੋਂ ਜਿਹੜਾ ਇਹਨਾਂ ਦਾ ਪਹਿਲਾ ਜੀਵਨ ਸੀ ਉਸ ਬਾਬਤ ਕਈ ਗੱਲਾਂ ਨੇ ਜਿਹੜੀਆਂ ਉਹ ਪ੍ਰਚਲਿਤ ਨੇ। ਮਿਸਾਲ ਦੇ ਤੌਰ 'ਤੇ ਇੱਕ ਤਾਂ ਇਹ ਹੈ ਕਿ ਇਹ ਜਦੋਂ ਤੱਕ 16-17 ਸਾਲ ਦੇ ਨਹੀਂ ਸਨ ਤਾਂ ਬੜੀ ਬਾਹਰਮੁਖੀ ਤਬੀਅਤ ਵਾਲੇ ਸਨ ਜੀ। ਔਰ ਕਿਹਾ ਵੀ ਜਾਂਦਾ ਕਿ ਇੱਕ ਯੁੱਧ ਦੇ ਵਿੱਚ ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਹਿੱਸਾ ਵੀ ਲਿਆ ਸੀ ਜੀ। ਪਰ ਬਾਅਦ ਦਾ ਜਿਹੜਾ ਜੀਵਨ ਹੈ ਇਹਨਾਂ ਦਾ, ਉਹ ਇੱਕ ਅੰਤਰਮੁਖੀ ਬੰਦੇ ਦਾ ਜੀਵਨ ਹੈ, ਜਿਸ ਦੇ ਵਿੱਚ ਕਿ ਸਿਮਰਨ ਸੀ ਜਿਹੜਾ ਉਹ ਪ੍ਰਧਾਨ ਹੋ ਗਿਆ ਸੀ। ਇਸ ਦੀ ਬਾਬਤ ਬਹੁਤੇ ਕਾਰਨ ਤਾਂ ਸਿੱਖ ਇਤਿਹਾਸ ਨੇ ਨਹੀਂ ਫਰੋਲੇ ਜੀ, ਪਰ ਜੇ ਉਹਨਾਂ ਦੀ ਬਾਣੀ ਦਾ ਅਧਿਐਨ ਕਰੀਏ, ਉਸ ਵੇਲੇ ਦੇ ਇਤਿਹਾਸ 'ਤੇ ਝਾਤੀ ਮਾਰੀਏ, ਜੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਮਗਰੋਂ ਸਿੱਖ ਭਾਈਚਾਰੇ ਦੇ ਹਾਲਾਤ ਬਣ ਗਏ ਸੀ, ਉਹਨਾਂ ਨੂੰ ਕਲਪਨਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ ਤਾਂ ਆਪਾਂ ਕੁਝ ਨਾ ਕੁਝ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਜਿਹੜੀ ਤਬੀਅਤ ਸੀ ਉਹਨਾਂ ਦੀ ਕਿਉਂ ਬਣੀ। ਜਿਸ ਤਰ੍ਹਾਂ ਕਿ ਹੁਣੇ ਡਾਕਟਰ ਸਾਹਿਬ ਗੱਲ ਕਰਦੇ ਪਏ ਸੀਗੇ ਕਿ ਗੁਰੂ ਸਾਹਿਬ ਦਾ ਜਿਹੜਾ ਅੰਤਰਮੁਖੀ ਹੋਣਾ, ਇਹ ਇੱਕ ਬਹੁਤ ਵੱਡੀ ਚਰਚਾ ਦਾ ਵਿਸ਼ਾ ਵੀ ਰਿਹਾ ਹੈ। ਔਰ ਇਸ ਦੇ ਬਾਰੇ ਜਾਣਦੇ ਹਾਂ ਡਾਕਟਰ ਸਾਹਿਬ ਤੋਂ ਕਿ ਡਾਕਟਰ ਸਾਹਿਬ, ਤੁਸੀਂ ਜ਼ਿਕਰ ਹੁਣੇ ਕੀਤਾ ਕਿ ਗੁਰੂ ਸਾਹਿਬ ਅੰਤਰਮੁਖੀ ਅਵਸਥਾ ਦੇ ਵਿੱਚ ਪਹੁੰਚ ਚੁੱਕੇ ਸਨ। ਇਹ ਅੰਤਰਮੁਖੀ ਅਵਸਥਾ ਨੂੰ ਅਸੀਂ ਕਿਹੜੀ ਅਵਸਥਾ ਦੇ ਨਾਲ ਸ਼ਬਦਾਂ ਦੇ ਵਿੱਚ ਕਹਿ ਸਕਦੇ ਹਾਂ? ਵੈਸੇ ਤਾਂ ਅਨੁਭੂਤੀ ਹੈ, ਇਹ ਤਾਂ ਫੀਲਿੰਗ ਹੈ, ਲੇਕਿਨ ਅਸੀਂ ਸ਼ਬਦਾਂ ਦੇ ਵਿੱਚ ਜੇ ਐਕਸਪਲੇਨ ਕਰਨਾ ਚਾਹੀਏ ਤਾਂ ਕਿਹੜੇ ਸ਼ਬਦ ਵਰਤੇ ਜਾਣਗੇ ਇਹਦੇ ਲਈ? ਜਿਸ ਦੇ ਵਿੱਚ ਆਤਮ ਚਿੰਤਨ ਬੰਦਾ ਬਹੁਤ ਕਰਦਾ ਜੀ। ਆਪ ਦੀ ਜੋ ਉਹਨਾਂ ਦੀ ਸੁਭਾਅ ਹੈ ਉਹਦੇ ਅਨੁਸਾਰ, ਉਸ ਸੁਭਾਅ ਦੇ ਮੁਤਾਬਕ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਕਿਵੇਂ ਨਿਭਣਾ ਹੈ, ਉਸ ਨਿਭਾਉ ਦੇ ਨਾਲ ਸਮਾਜ ਦਾ ਕਿਸ ਤਰ੍ਹਾਂ ਭਲਾ ਕਰਨਾ ਹੈ। ਮਤਲਬ ਇਹ ਅੰਤਰਮੁਖਤਾ ਦੇ ਵਿੱਚ ਇਹ ਸਾਰੇ ਜਿਹੜੇ ਆਕਾਰ ਨੇ, ਵਿਅਕਤੀਗਤ ਤੋਂ ਲੱਗ ਕੇ ਸਮਾਜ ਤੱਕ ਦੇ ਜਾਂ ਦੁਨੀਆ ਤੱਕ ਦੇ ਆ ਜਾਂਦੇ ਨੇ। ਕਮ ਸੇ ਕਮ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਅੰਤਰਮੁਖਤਾ ਸੀ ਉਹ ਇਸ ਪ੍ਰਕਾਰ ਦੀ ਸੀਗੀ। ਇਸ ਦੇ ਕਈ ਕਾਰਨ ਸਨ ਕਿ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤਾਂ ਸਿੱਖ ਭਾਈਚਾਰਾ
ਬਿਲਕੁਲ ਭੈ ਭੀਤ ਵੀ ਹੋ ਜਾਂਦਾ ਔਰ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ। ਜਿਸ ਕਰਕੇ ਅਸੀਂ ਦੇਖਦੇ ਹਾਂ ਕਿ ਉਸ ਵੇਲੇ ਦੇ ਜਿਹੜਾ ਸਭ ਤੋਂ ਮਹਾਨ ਸਿੱਖ ਲੇਖਕ ਸੀ ਭਾਈ ਗੁਰਦਾਸ ਜੀ, ਉਹਨਾਂ ਦੀਆਂ ਵਾਰਾਂ ਦੇ ਵਿੱਚ ਵੀ ਕਿਤੇ ਸਪਸ਼ਟ ਸੰਕੇਤ ਨਹੀਂ ਆਉਂਦਾ ਉਹਨਾਂ ਦੀ ਸ਼ਹਾਦਤ ਬਾਬਤ। ਓਕੇ। ਜਿਸ ਤੋਂ ਜਿਹੜਾ ਸੀ ਕਿ ਉਸ ਵੇਲੇ ਦਾ ਜਿਹੜਾ ਸਿੱਖ ਭਾਈਚਾਰਾ ਸੀ ਉਹਦੇ ਵਿੱਚ ਕਈ ਕਿਸਮ ਦੇ ਇਸ ਤਰ੍ਹਾਂ ਦੇ ਝੁਕਾਅ ਬਣ ਗਏ ਸਨ ਜਿਹੜੇ ਕਿ ਗੁਰਮਤ ਦੇ ਬਹੁਤਾ ਅਨੁਸਾਰੀ ਨਹੀਂ ਸਨ। ਡਾਕਟਰ ਸਾਹਿਬ, ਮੈਂ ਇਹਦੇ ਵਿੱਚ ਇੱਕ ਚੀਜ਼ ਤੁਹਾਡੇ ਕੋਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਉਹਨਾਂ ਦੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਹੈ ਉਹਨਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਾਰ-ਬਾਰ ਆਉਣਾ, ਸ਼ਬਦਾਂ ਦਾ ਵੀ ਕਾਫੀ ਐਸੀ ਮਤਲਬ ਹਰ ਵਾਰ ਉਹਨਾਂ ਦਾ ਨਾਮ ਦਾ ਜ਼ਿਕਰ ਆਉਂਦਾ। ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਕੀ ਉਹ ਤੋਂ ਕੀ ਭਾਵ ਕੀ ਨਿਕਲਦਾ ਹੈ ਬਾਣੀ ਦੇ ਵਿੱਚ? ਉਸੇ ਗੱਲ 'ਤੇ ਮੈਂ ਆ ਰਿਹਾ ਸੀਗਾ ਜੀ ਕਿ ਜੋ ਉਸ ਵੇਲੇ ਦਾ ਭਾਈਚਾਰਾ ਸੀ ਨਾ ਜੀ, ਉਸ ਦੇ ਵਿੱਚ ਇਸ ਤਰ੍ਹਾਂ ਦਾ ਕਨਫਿਊਜ਼ਨ ਛਾਇਆ ਹੋਇਆ ਸੀਗਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਬਾਬਤ। ਇਸ ਕਰਕੇ ਕੁਝ ਤਾਂ ਝੁਕਾਅ ਸੀ ਜਿਹੜਾ ਉਦਾਸੀਪੁਣੇ ਵੱਲ ਵੀ ਬਣ ਗਿਆ ਸੀ। ਅੱਛਾ ਜੀ। ਜਿਸ ਦੀ ਕਿ ਬੁਨਿਆਦ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਨੇ ਰੱਖ ਦਿੱਤੀ ਸੀ ਔਰ ਗੁਰੂ ਸਾਹਿਬ ਦੇ ਆਪ ਦੇ ਭਰਾਵਾਂ ਦੇ ਵਿੱਚੋਂ ਭਾਈ ਗੁਰਦਿੱਤਾ ਜਿਹੜੇ ਸਨ ਉਹ ਵੀ ਇਸ ਵੱਲ ਝੁਕਾਅ ਰੱਖਦੇ ਸਨ। ਭਾਈ ਗੁਰਦਿੱਤਾ ਜੀ ਵੀ ਉਦਾਸੀਨਤਾ ਦੇ ਵੱਲ ਝੁਕਾਅ ਰੱਖਦੇ ਸਨ। ਠੀਕ ਹੈ ਜੀ। ਅਤੇ ਦੂਸਰੇ ਇਹ ਹੈ ਕਿ ਇਹ ਗੱਲ ਆਪਾਂ ਨੂੰ ਹਜ਼ਮ ਕਰਨੀ ਬੜੀ ਔਖੀ ਲੱਗਦੀ ਆ, ਪਰ ਇਹ ਸੱਚੀ ਗੱਲ ਹੈ ਕਿ ਗੁਰੂ ਹਰਗੋਬਿੰਦ ਦੀਆਂ 3 ਸ਼ਾਦੀਆਂ ਸਨ ਜੀ। ਭਾਈ ਗੁਰਦਿੱਤਾ ਔਰ ਗੁਰੂ ਤੇਗ ਬਹਾਦਰ ਅਤੇ ਬਾਬਾ ਅਟਲ ਇਹ ਬੇਬੇ ਨਾਨਕੀ ਦੇ ਪੁੱਤਰ ਸਨ ਅਤੇ ਦੂਸਰੀਆਂ 2 ਜੋ ਉਹਨਾਂ ਦੀਆਂ ਪਤਨੀਆਂ ਸਨ ਉਹਨਾਂ ਦੇ ਇੱਕ ਪੁੱਤਰ ਸਨ ਜੀ। ਇਸ ਤੋਂ ਆਪਾਂ ਕਲਪਨਾ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਘਰੇਲੂ ਵਾਤਾਵਰਨ ਹੋਵੇਗਾ ਉੱਥੇ। ਬੇਬੇ ਨਾਨਕੀ ਕਿਉਂਕਿ ਸਭ ਤੋਂ ਪਹਿਲੇ ਉਹਨਾਂ ਦੀ ਪਤਨੀ ਸਨ, ਉਹਨਾਂ ਦੀ ਮਾਨਸਿਕ ਹਾਲਤ ਕਿਸ ਤਰ੍ਹਾਂ ਦੀ ਰਹੀ ਹੋਵੇਗੀ ਇਸ ਦਾ ਵੀ ਕੁਝ ਨਾ ਕੁਝ ਅੰਦਾਜ਼ਾ ਹੋ ਸਕਦਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਵਿੱਚ ਕਾਫੀ ਚੁਣੌਤੀਆਂ ਆਈਆਂ ਉਹਨਾਂ ਨੂੰ, ਇੱਥੋਂ ਤੱਕ ਕਿ ਜੇ ਅਸੀਂ ਕਿਹਾ ਜਾਵੇ ਕਿ ਗ੍ਰਿਫਤਾਰ ਵੀ ਕੀਤਾ ਗਿਆ, ਉਹਨਾਂ ਨੂੰ 2 ਵਾਰ ਗ੍ਰਿਫਤਾਰ ਕੀਤਾ ਗਿਆ। ਇਹਦੇ ਪਿੱਛੇ ਕੀ ਕਾਰਨ ਸਨ? ਇਹ ਗੱਲਾਂ ਤਾਂ ਮਤਲਬ ਉਹਨਾਂ ਦੇ ਗੁਰਗੱਦੀ 'ਤੇ ਵਾਪਰਨ ਤੋਂ ਮਗਰੋਂ ਪਹਿਲੀਆਂ ਵਾਪਰੀਆਂ ਨਾ। ਪਹਿਲੀਆਂ ਜਿਹੜੀ ਉਹਦੇ ਵੱਲ ਮੈਂ ਇਸ਼ਾਰਾ ਕਰਦਾ ਸੀਗਾ ਕਿ ਉਹ ਨਿਰਲੇਪ ਹੋ ਕੇ ਅੰਤਰਮੁਖਤਾ ਦੇ ਵਿੱਚ ਖੋ ਕੇ ਗੁਰਬਾਣੀ 'ਤੇ ਚਿੰਤਨ ਕਰਦੇ ਰਹਿੰਦੇ ਸਨ, ਵਿਸ਼ੇਸ਼ ਕਰਕੇ ਨਾਨਕ ਬਾਣੀ 'ਤੇ ਚਿੰਤਨ ਕਰਦੇ ਰਹਿੰਦੇ ਸਨ। ਠੀਕ ਹੈ। ਜਿਸ ਕਰਕੇ ਉਹਨਾਂ ਦੇ ਹਰ ਸ਼ਲੋਕ ਦੇ ਵਿੱਚ ਜਿਹੜੀ ਦੂਜੀ ਸਤਰ ਹੈ ਉਹਦੇ ਵਿੱਚ ਨਾਨਕ ਸ਼ਬਦ ਹੈ ਜਿਹੜਾ ਉਹ ਜ਼ਰੂਰ ਆਉਂਦਾ ਹੈ। ਠੀਕ ਹੈ ਜੀ। ਅੱਛਾ, ਇਸ ਤਰ੍ਹਾਂ ਕਰਦੇ ਹੋਏ ਇਸ ਤਰ੍ਹਾਂ ਦੇ ਜੀਵਨ ਨੂੰ ਉਹ ਸਿਮਰਨ ਦਾ ਨਾਂ ਦਿੰਦੇ ਸਨ, ਜਿਹਨੂੰ ਆਪਾਂ ਇੱਕ ਪਾਸੇ ਤਪੱਸਿਆ ਆਦਿ ਤੋਂ ਵੱਖ ਕਰ ਸਕਦੇ ਹਾਂ। ਠੀਕ ਹੈ। ਮਤਲਬ ਇੱਥੇ ਉਹਨਾਂ ਦਾ ਮਤਲਬ ਆਪ ਦੇ ਸਰੀਰਕ ਨੂੰ ਕੋਈ ਦੁੱਖ ਦੇਣਾ ਨਹੀਂ ਸੀ, ਆਪ ਦੀਆਂ ਇੰਦਰੀਆਂ ਨੂੰ ਮਾਰਨਾ ਨਹੀਂ ਸੀ, ਆਪਣੇ ਸਰੀਰ ਨੂੰ ਦੁੱਖ ਦੇ ਕੇ ਕੋਈ ਰੂਹਾਨੀ ਜੋ ਰੌਸ਼ਨੀ ਹੈ ਉਹ ਹਾਸਲ ਕਰਨਾ ਨਹੀਂ ਸੀ। ਉਹਨਾਂ ਦਾ ਮੰਤਵ ਤਾਂ ਨਾਨਕ ਬਾਣੀ ਦੇ ਉੱਪਰ ਚਿੰਤਨ ਕਰਕੇ, ਨਾਨਕ ਬਾਣੀ ਦਾ ਉਚਾਰ ਕਰਕੇ ਇਸ ਤੋਂ ਜਿੰਨਾ ਵੀ ਗਿਆਨ ਹਾਸਲ ਕਰ ਸਕਦੇ ਸੀ ਉਹ ਕਰਨਾ ਸੀ। ਤੁਸੀਂ ਹੁਣੇ ਗੁਰਗੱਦੀ ਦੀ ਜਿਸ ਤਰ੍ਹਾਂ ਗੱਲ ਕੀਤੀ ਕਿ ਉਹ ਜਿਹੜੀਆਂ ਗ੍ਰਿਫਤਾਰੀਆਂ ਗੁਰਗੱਦੀ 'ਤੇ ਬੈਠਣ ਤੋਂ ਬਾਅਦ ਹੋਈਆਂ, ਚਲੋ ਅਸੀਂ ਇਸ ਪ੍ਰਸ਼ਨ ਦੇ ਉੱਤੇ ਵੀ ਬਾਅਦ 'ਚੋਂ ਆਵਾਂਗੇ, ਚਰਚਾ ਕਰਾਂਗੇ। ਫਿਰ ਇੱਕ ਪ੍ਰਸ਼ਨ ਇਹ ਆਉਂਦਾ ਕਿ ਜਦੋਂ ਉਹ ਇੰਨੇ ਅੰਤਰਮੁਖੀ ਹੋ ਗਏ ਗੁਰੂ ਸਾਹਿਬ ਔਰ ਆਪਣੀ ਸਾਧਨਾ ਤਪੱਸਿਆ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚ ਲੈਣ ਦਾ ਕਿ ਜਦੋਂ ਬਿਲਕੁਲ ਨਿਰਲੇਪ ਅਵਸਥਾ ਉਹਨਾਂ ਦੀ ਆ ਗਈ, ਫਿਰ ਉਹ ਗੁਰਗੱਦੀ 'ਤੇ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ ਜਾਂ ਗੁਰਗੱਦੀ ਦੇ ਉੱਤੇ ਨਵਾਜ਼ਿਆ ਗਿਆ, ਉਹ ਵੇਲਾ ਕਿੱਦਾਂ ਦਾ ਸੀਗਾ? ਉਹ ਵੇਲਾ ਪੂਰੇ ਕਨਫਿਊਜ਼ਨ ਦਾ ਸੀ। ਮਤਲਬ ਜਦੋਂ ਗੁਰੂ ਹਰਕ੍ਰਿਸ਼ਨ
ਦਾ ਦੇਹਾਂਤ ਹੋ ਗਿਆ ਦਿੱਲੀ ਦੇ ਵਿੱਚ, ਜੀ ਤਾਂ 22 ਆਪਾਂ ਕਹਿੰਦੇ ਹਾਂ ਕਿ ਕਲੇਮੈਂਟਸ ਸੀ ਜਿਹੜੇ ਉਹ ਗੁਰਗੱਦੀ ਲਈ ਤਿਆਰ ਬੈਠੇ ਸਨ। ਕਲੇਮੈਂਟਸ ਮਤਲਬ ਪੰਜਾਬੀ ਸ਼ਬਦਾਂ 'ਚ ਆਪਾਂ ਕਹੀਏ ਉਹਨਾਂ ਨੂੰ ਦਾਅਵੇਦਾਰ ਤਿਆਰ ਬੈਠੇ ਸਨ। ਉੱਥੇ ਆਮ ਕਹਾਣੀ ਤਾਂ ਇਹ ਹੈ ਨਾ ਕਿ ਇੱਕ ਸੌਦਾਗਰ ਸੀ ਜਿਹੜਾ ਉਹ ਬਾਹਰੋਂ ਆਇਆ ਔਰ ਉਸ ਨੇ ਐਲਾਨ ਕੀਤਾ ਕਿ ਲਾਧੋ ਰੇ ਗੁਰੂ ਤੇਗ ਬਹਾਦਰ ਬਾਬਤ। ਪਰ ਮੈਨੂੰ ਇਸ ਤੋਂ ਜਿਹੜਾ ਜ਼ਿਆਦਾ ਮਾਰਮਿਕ ਗੱਲ ਲੱਗਦੀ ਆ ਉਹ ਇਹ ਹੈ ਕਿ ਗੁਰੂ ਹਰਕ੍ਰਿਸ਼ਨ ਜਿਨ੍ਹਾਂ ਦਾ ਦੇਹਾਂਤ 8 ਸਾਲ ਦੀ ਉਮਰ ਦੇ ਵਿੱਚ ਹੋਇਆ ਦਿੱਲੀ, ਜਦੋਂ ਉਹਨਾਂ ਨੂੰ ਬੁਲਾਇਆ ਗਿਆ ਸੀ ਉਸ ਦੌਰਾਨ, ਤਾਂ ਉਹ ਦੇਹਾਂਤ ਤੋਂ ਪਹਿਲਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਤੋਂ ਮਗਰੋਂ ਕੌਣ ਗੁਰੂ, ਤਾਂ ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਬਾਬਾ ਬਕਾਲਾ। ਬਾਬਾ ਬਕਾਲਾ ਦੇ ਵਿੱਚ ਗੁਰੂ ਤੇਗ ਬਹਾਦਰ ਰਿਹਾਇਸ਼ ਰੱਖਦੇ ਸਨ। ਠੀਕ ਹੈ ਜੀ। ਇਸ ਕਰਕੇ ਜਿਹੜੀ ਉਸ ਵੇਲੇ ਦੀ ਸੁਹਿਰਦ ਸਿੱਖ ਸੰਗਤ ਸੀ ਉਹਨਾਂ ਦੇ ਮਨ ਦੇ ਵਿੱਚ ਇਹ ਆਇਆ ਕਿ ਗੁਰੂ ਤੇਗ ਬਹਾਦਰ ਹੀ ਹਨ ਜਿਹੜੇ ਕਿ ਗੁਰਗੱਦੀ ਦਾ ਹੱਕ ਰੱਖਦੇ ਨੇ। ਸੋ ਉਹ ਸੌਦਾਗਰ ਬਾਰੇ ਕਹਾਣੀ ਪਤਾ ਨਹੀਂ ਕਿਸ ਹੱਦ ਤੱਕ ਠੀਕ ਹੈ, ਪਰ ਬਹੁਤਾ ਮੈਨੂੰ ਇਹ ਲੱਗਦਾ ਕਿ ਬਾਲਕ ਗੁਰੂ ਨੇ ਜਿਹੜਾ ਸੰਕੇਤ ਦਿੱਤਾ ਸੀ ਗੁਰੂ ਹਰਕ੍ਰਿਸ਼ਨ ਨੇ, ਉਸ ਦੀ ਗੁਰੂ ਸਾਹਿਬ ਨੂੰ ਗੁਰਗੱਦੀ ਮਿਲਣ ਦੇ ਵਿੱਚ ਜ਼ਿਆਦਾ ਉਸ ਗੱਲ ਦਾ ਜ਼ਿਆਦਾ ਹੱਥ ਬਣਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ 'ਚ ਹੋਇਆ ਸੀ ਜੀ, ਅਤੇ ਉਸ ਤੋਂ ਬਾਅਦ ਉਹ ਜਦੋਂ ਮਤਲਬ ਦੁਬਾਰਾ ਅੰਮ੍ਰਿਤਸਰ ਗਏ ਜਦੋਂ ਆਪਣੀ ਪ੍ਰੌੜ ਅਵਸਥਾ ਤੋਂ ਬਾਅਦ? ਇੱਕ ਵਾਰੀ ਗਏ ਸੀ ਉਹ ਅਕਾਲ ਤਖਤ 'ਤੇ ਮੱਥਾ ਵੀ ਟੇਕਣਾ ਚਾਹੁੰਦੇ ਸੀ, ਪਰ ਮਸੰਦਾਂ ਨੇ ਉਹਨਾਂ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ। ਇਸ ਕਰਕੇ ਉਹ ਬਾਹਰ ਥੜੇ 'ਤੇ ਬਹਿ ਕੇ ਹੀ ਪਾਠ ਕਰਕੇ ਆ ਗਏ ਸਨ। ਉਸ ਤੋਂ ਮਗਰੋਂ ਫਿਰ ਉਹ ਕਦੇ ਅੰਮ੍ਰਿਤਸਰ ਨਹੀਂ ਸੀ ਗਏ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਜ਼ਿਆਦਾ ਅਸੀਂ ਕੀ ਵੱਧ ਤੋਂ ਵੱਧ ਗਿਆਨ ਹਾਸਲ ਕਰ ਸਕਦੇ ਹਾਂ? ਕਿਸ ਤਰ੍ਹਾਂ ਉਹਦੇ ਬਾਰੇ ਅਸੀਂ ਇੱਕ ਬੜੀ ਇੱਕ ਧਾਰਮਿਕ ਚਰਚਾ ਦੇ ਵਿੱਚ ਕਿਹੜੀ ਗੱਲਬਾਤ ਦੇ ਉੱਤੇ ਜ਼ਿਆਦਾ ਅਸੀਂ ਜ਼ੋਰ ਕਰ ਸਕਦੇ ਹਾਂ ਕਿ ਸ਼੍ਰੀ ਗੁਰੂ ਸਾਹਿਬ ਨੇ ਇੱਧਰ ਨੂੰ ਸੰਕੇਤ ਦਿੱਤਾ? ਆਮ ਤੌਰ 'ਤੇ ਤਾਂ ਜਿਹੜੀ ਵੱਡਾ ਇਹਦੀ ਬਾਬਤ ਵਿਚਾਰ ਬਣਦਾ ਨਾ, ਉਹ ਤਾਂ ਇਹ ਹੈ ਕਿ ਇਹ ਤਿਆਗ ਦੀ ਬਾਣੀ ਹੈ। ਤਿਆਗ ਦੀ ਬਾਣੀ, ਜਿਸ ਦੇ ਵਿੱਚ ਕਿ ਉਹ ਜਿਹੜਾ ਘਰੇਲੂ ਜੀਵਨ ਹੈ ਉਹਦੇ ਵਿੱਚ ਵੀ ਤਿਆਗ ਦੀ ਗੱਲ ਕਰਦੇ ਨੇ, ਦੁਨਿਆਵੀ ਜੀਵਨ ਦੇ ਵਿੱਚ ਵੀ ਤਿਆਗ ਦੀ ਗੱਲ ਕਰਦੇ ਨੇ, ਔਰ ਇਹੀ ਇਸ ਗੱਲ ਦਾ ਸੁਨੇਹਾ ਦਿੰਦੇ ਨੇ ਕਿ ਇਸ ਜੀਵਨ ਦੇ ਵਿੱਚ ਕੋਈ ਚੀਜ਼ ਹੰਢ ਅਨੁਸਾਰ ਨਹੀਂ, ਹਰ ਇੱਕ ਚੀਜ਼ ਦਾ ਅੰਤ ਹੋ ਜਾਣਾ। ਇਸ ਕਰਕੇ ਕਿਉਂ ਨਾ ਹਰ ਚੀਜ਼ ਤੋਂ ਵਿੱਥ ਬਣਾ ਕੇ, ਹਰ ਚੀਜ਼ ਤੋਂ ਨਿਰਲੇਪ ਰਹਿ ਕੇ ਆਪ ਦਾ ਜੀਵਨ ਬਤੀਤ ਕੀਤਾ ਜਾਵੇ। ਉਹਨਾਂ ਨੇ ਜੇ ਉਦਾਸੀ ਦੀ ਤੁਸੀਂ ਗੱਲ ਕੀਤੀ ਹੈ, ਅਤੇ ਇਹ ਵੀ ਜਿਹੜਾ ਭਾਵਨਾ ਹੈਗੀ ਆ, ਫੀਲਿੰਗ ਹੈਗੀ ਉਹਨਾਂ ਦੀ ਬਾਣੀ ਦੇ ਵਿੱਚ ਨਜ਼ਰ ਆਉਂਦੀ ਹੈ। ਪਰ ਜੇ ਆਪਾਂ ਬਾਣੀ ਦਾ ਅਧਿਐਨ ਕਰੀਏ ਨਾ, ਉਸ ਦੇ ਵਿੱਚ ਹੋਰ ਵੀ ਕਈ ਤਹਾਂ ਬਣ ਜਾਂਦੀਆਂ ਨੇ। ਮਿਸਾਲ ਦੇ ਤੌਰ 'ਤੇ ਇਹ ਤਿਆਗ ਦੀ ਭਾਵਨਾ ਹੈ ਜੀ, ਇਹ ਵੀ ਹੈ, ਪਰ ਉਹਦੇ 2 ਸ਼ਲੋਕ ਨੇ ਜੀ ਕਮ ਸੇ ਕਮ ਜਿਨ੍ਹਾਂ ਦੇ ਵਿੱਚ ਕਿ ਮਾਤਾ ਦਾ ਬਹੁਤ ਜ਼ਿਕਰ ਹੈ। ਮਾਤਾ ਨੂੰ ਪੁਕਾਰ ਹੈ ਕਿ ਮੈਨੂੰ ਇਸ ਸਾਰਾ ਜਿਹੜੀ ਦੁਬਿਧਾ ਹੈ ਇਸ ਦੇ ਵਿੱਚੋਂ ਕੱਢ ਲਿਆ ਜਾਵੇ, ਜਿਸ ਤੋਂ ਆਪਾਂ ਪੂਰਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੀ ਮਾਤਾ ਵਾਲੀ ਗੱਲ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਮਾਤਾ ਨਾਨਕੀ ਦਾ ਜਿਹੜਾ ਉਹਨਾਂ ਦੇ ਤਿਉ ਸੀ, ਉਹਨਾਂ ਲਈ ਮੁਹੱਬਤ ਸੀ, ਜਾਂ ਗੁਰੂ ਸਾਹਿਬ ਦੀ ਆਪ ਦੀ ਮਾਤਾ ਲਈ ਸ਼ਰਧਾ ਸੀ, ਉਹ ਕਿਤੇ ਨਾ ਕਿਤੇ ਕੰਮ ਕਰਦੀ ਆ। ਇਸੇ ਤਰ੍ਹਾਂ ਆਪਾਂ ਕਈ ਸ਼ਲੋਕਾਂ ਦੇ ਵਿੱਚ ਉਹਨਾਂ ਦੇ ਆਉਂਦਾ ਵੀ ਕੋਈ ਹੰਢਣਸਾਰ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ, ਭਾਵੇਂ ਤੁਹਾਡੀ ਔਲਾਦ ਹੈ, ਪਤਨੀ ਹੈ, ਕੋਈ ਵੀ ਤੁਹਾਡੇ ਪਰਿਵਾਰ ਦਾ ਜੀਅ ਹੈ। ਪਰ ਇੱਕ ਸ਼ਲੋਕ ਦੇ ਵਿੱਚ ਇਹ ਆਉਂਦਾ ਕਿ ਇਸ ਤਰ੍ਹਾਂ ਦਾ ਪਰਿਵਾਰ ਵੱਲੋਂ ਰੁਚੀ ਉਦੋਂ ਅਪਣਾਈ ਜਾਂਦੀ ਆ ਜਦੋਂ ਕਿ ਬੰਦਾ ਇਸ ਸੰਸਾਰ ਤੋਂ ਚਲਿਆ ਜਾਂਦਾ, ਜਦੋਂ ਇੱਥੋਂ ਵਿਦਾ ਹੋ ਜਾਂਦਾ ਜੀ। ਜੀ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਮਾਤਾ ਗੁਜ਼ਰੀ
ਨੇ ਜੋ ਉਹਨਾਂ ਨੂੰ ਸਹਾਰਾ ਦਿੱਤਾ ਹੋਣਾ ਜੀ ਉਸ ਜ਼ਿੰਦਗੀ ਦੇ ਵਿੱਚ। ਜੀ ਔਰ ਸਹਾਰਾ ਤਾਂ ਖੈਰ ਉਹਨਾਂ ਨੇ ਫਿਰ ਬਾਲਕ ਗੁਰੂ ਗੋਬਿੰਦ ਸਿੰਘ ਨੂੰ ਵੀ ਦਿੱਤਾ ਜੀ ਹੈ ਨਾ, ਉਹਨਾਂ ਦੀ ਸ਼ਹਾਦਤ ਤੋਂ ਮਗਰੋਂ, ਔਰ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਦਿੱਤਾ ਜੀ। ਜਦੋਂ ਸਰਹੰਦ ਉਹ ਠੰਡੇ ਬੁਰਜ ਦੇ ਵਿੱਚ ਕੈਦ ਰੱਖੇ ਗਏ। ਜੀ ਸੋ ਇੱਕ ਇਹ ਅੰਤਰੀਵ ਕਿਸਮ ਦੀ ਜਿਹੜੀ ਆਪਣੀ ਪਤਨੀ ਦੀ ਸ਼ਰਧਾ, ਜੀ ਉਹਦਾ ਵੀ ਆਪਾਂ ਅਨੁਮਾਨ ਲਗਾ ਸਕਦੇ ਹਾਂ। ਮਤਲਬ ਮੇਰਾ ਕਹਿਣ ਦਾ ਇਹ ਮਤਲਬ ਹੈ ਕਿ ਜਿਹੜਾ ਆਪਾਂ ਇੱਕੋ ਹੀ ਧਾਰਾ ਦੇ ਵਿੱਚ ਬੰਨ੍ਹ ਦਿੰਦੇ ਹਾਂ ਨਾ ਕਿ ਉਹ ਨਿਰਲੇਪਤਾ, ਉਹ ਤਿਆਗ ਦੀ ਗੱਲ ਕਰਦੇ ਨੇ, ਬਿਲਕੁਲ ਕਰਦੇ ਨੇ, ਪਰ ਉਹਦੇ ਵਿੱਚ ਜਿਹੜੇ ਹੋਰ ਪੱਖ ਨੇ ਉਹਨਾਂ ਨੂੰ ਵੀ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਮਾਤਾ ਗੁਜਰੀ ਨੇ ਜਦੋਂ ਦੋ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਉਹ ਕਰਿਓ ਜੋ ਤੁਹਾਡੇ ਬਜ਼ੁਰਗਾਂ ਨੇ ਕੀਤਾ ਸੀ, ਇਹ ਇੱਕ ਇਸ਼ਾਰਾ ਸੀ। ਉਹ ਮੈਨੂੰ ਐਗਜ਼ੈਕਟ ਪੰਕਤੀ ਤਾਂ ਨਹੀਂ ਆਉਂਦੀ, ਲੇਕਿਨ ਉਹਨਾਂ ਦਾ ਇਸ਼ਾਰਾ ਸੀਗਾ। ਇਹਨਾਂ ਨੇ ਇਹੋ ਹੀ ਇਸ਼ਾਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲ ਜਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲ ਉਹਨਾਂ ਨੇ ਸੰਬੋਧਨ ਕਰਕੇ ਕੀਤਾ, ਕਿਹਾ ਹੋਵੇਗਾ। ਬਿਨਾਂ ਸ਼ੱਕ, ਮਤਲਬ ਭਾਵੇਂ ਨਾਂ ਨਹੀਂ ਲਏ ਹੋਣੇ ਉਹਨਾਂ ਦੇ, ਜੀ, ਪਰ ਇਸ਼ਾਰਾ ਤਾਂ ਉਹਨਾਂ ਵੱਲ ਹੀ ਸੀਗਾ ਨਾ ਜੀ। ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਅੱਗੇ ਉਹਨਾਂ ਦੇ ਸਾਹਿਬਜ਼ਾਦੇ, ਇੱਕ ਤਿਆਗ ਬਲੀਦਾਨ ਦੇ ਨਾਮ ਦੇ ਉੱਤੇ ਪੂਰੇ ਸਮਾਜ ਨੂੰ, ਪੂਰੀ ਦੁਨੀਆ ਨੂੰ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਸੀ ਕਿ ਧਰਮ ਦੇ ਉੱਤੇ ਰਹਿਣ ਲਈ ਇਨਸਾਨ ਨੂੰ ਕਿੱਦਾਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ। ਇਨਫੈਕਟ ਜੇ ਆਪਾਂ ਦੇਖੀਏ ਨਾ, ਉਸ ਵਕਤ ਸਿੰਧ ਦੇ ਵਿੱਚ ਵੀ ਬਗਾਵਤ ਹੋਈ ਸੀ ਉਸ ਵੇਲੇ। ਜੀ। ਅਤੇ ਉਸੇ ਤਰ੍ਹਾਂ ਜਿਹੜਾ ਨਾਰਥ ਵੈਸਟ ਪ੍ਰੋਵਿੰਸ ਹੈ ਨਾ, ਉੱਥੇ ਬੜਾ ਵੱਡਾ ਕਵੀ ਸੀ ਖਟਕੜ ਖਾਂ। ਜੀ। ਜਿਹੜਾ ਕਿ ਪਖਤੂਨ ਬੋਲੀ ਦਾ ਸਭ ਤੋਂ ਵੱਡਾ ਕਵੀ ਮੰਨਿਆ ਜਾਂਦਾ, ਫਾਊਂਡਰ ਮੰਨਿਆ ਜਾਂਦਾ, ਉਸ ਨੇ ਬਗਾਵਤ ਦਾ ਝੰਡਾ ਚੱਕਿਆ ਹੋਇਆ ਸੀ। ਗੱਲ ਇਹ ਸੀ ਕਿ ਵੱਖੋ ਵੱਖਰੇ ਜਿਹੜੇ ਖਿੱਤੇ ਸਨ, ਉਹਨਾਂ ਦੇ ਵਿੱਚ ਇਸ ਤਰ੍ਹਾਂ ਲੋਕਾਈ ਉੱਠਦਾ ਰਹੀ ਸੀਗੀ, ਪਰ ਉਹਨਾਂ ਦੇ ਵਿੱਚ ਏਕਤਾ ਨਹੀਂ ਸੀ, ਇੱਕ ਦੂਸਰੇ ਦੇ ਨਾਲ ਸਹਿਯੋਗ ਨਹੀਂ ਸੀ, ਜਿਸ ਕਰਕੇ ਜਿਹੜੇ ਸਿੰਧ ਦੇ ਕਿਸਾਨ ਸਨ ਉਹਨਾਂ ਦਾ ਬੁਰੀ ਤਰ੍ਹਾਂ ਕਤਲ ਹੋਇਆ। ਇਸੇ ਤਰ੍ਹਾਂ ਖੁਸ਼ਹਾਲ ਖਟਕ ਖਾਂ ਜਿਹੜਾ ਸੀ ਉਹ ਵੀ ਸ਼ਹੀਦ ਹੋਇਆ, ਔਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਸ਼ਹਾਦਤ ਦੇਣੀ ਪਈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਸਾਰੀਆਂ ਥਾਵਾਂ ਦਾ ਕਹਿੰਦੇ ਭ੍ਰਮਣ ਕੀਤਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ। ਬਿਲਕੁਲ। ਇਹ ਉਹਨਾਂ ਦਾ ਜਿਹੜਾ ਭ੍ਰਮਣ ਸੀਗਾ ਉਹ ਧਰਮ ਪ੍ਰਚਾਰ ਦਾ ਹੀ ਸੀਗਾ। ਧਰਮ ਪ੍ਰਚਾਰ ਉਹਨਾਂ ਦਾ ਸਿਰਫ ਇਹ ਨਹੀਂ ਸੀ ਵੀ ਤੁਸੀਂ ਪ੍ਰਾਰਥਨਾ ਕਰਦੇ ਰਹੋ, ਤੁਸੀਂ ਮਤਲਬ ਅੱਖਾਂ ਮੀਟ ਕੇ ਪਰਮਾਤਮਾ ਦੀ ਆਰਾਧਨਾ ਕਰਦੇ ਰਹੋ। ਉਹਨਾਂ ਦਾ ਨਾਲ ਇਹ ਵੀ ਸੀ ਕਿ ਆਪ ਦੇ ਜੀਵਨ ਨੂੰ ਸੱਚਾ ਸੁੱਚਾ ਬਣਾਓ ਜੀ, ਆਪਣੇ ਆਤਮ ਵਿਸ਼ਵਾਸ ਪੈਦਾ ਕਰੋ, ਜਿਸ ਕਰਕੇ ਮੇਰਾ ਇਹ ਅਨੁਮਾਨ ਬਣਦਾ ਕਿ ਉਹਨਾਂ ਦੀ ਸ਼ਹਾਦਤ ਦੇ ਵਿੱਚ ਇਹ ਜੋ ਪ੍ਰਚਾਰ ਉਹਨਾਂ ਨੇ ਕੀਤਾ ਜੀ, ਜਿਹੜਾ ਕਿ ਸਾਰੇ ਉੱਤਰੀ ਭਾਰਤ ਵਰਸ਼ ਦੇ ਵਿੱਚ ਫੈਲਿਆ ਜੀ, ਕਿਉਂਕਿ ਇਹ ਰਿਕਾਰਡ 'ਤੇ ਹੈ ਕਿ ਉਹ ਅਸਾਮ ਤੱਕ ਗਏ। ਇਹ ਉਹਨਾਂ ਦੀ ਸ਼ਹਾਦਤ ਦਾ ਸ਼ਾਇਦ ਵੱਡਾ ਕਾਰਨ ਸੀ ਉਸ ਨਾਲੋਂ ਜਿਹੜਾ ਕਿ ਆਮ ਤੌਰ 'ਤੇ ਉਹਨਾਂ ਦੀ ਸ਼ਹਾਦਤ ਬਾਬਤ ਪ੍ਰਚਲਿਤ ਕੀਤਾ ਗਿਆ। ਮੈਂ ਉਹਨਾਂ ਦੀ ਸ਼ਹਾਦਤ ਦੀ ਗੱਲ ਵੱਲ ਹੀ ਆ ਰਿਹਾ। ਕਹਿੰਦੇ ਨੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਜਦੋਂ ਆਮ ਜਿਹੜੀ ਇੱਕ ਗਾਥਾ ਸੁਣੀ ਜਾਂਦੀ ਆ ਕਸ਼ਮੀਰੀ ਪੰਡਤਾਂ ਦੀ, ਔਰ ਜਨੇਊ ਦਾ ਵੀ ਜ਼ਿਕਰ ਹੋਇਆ ਉਸ ਤੋਂ ਪਹਿਲਾਂ ਇਸ ਦੇ ਨਾਲ, ਇਹ ਤੁਸੀਂ ਇਸ ਨੂੰ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਸੰਬੰਧ ਬਣਾ ਕੇ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਸਾਨੂੰ ਵਿਵਰਣ ਦੱਸ ਸਕਦੇ ਹੋ? ਮੇਰਾ ਜਿਹੜੀ ਆਮ ਪ੍ਰਚਲਿਤ ਕਥਾ ਹੈ ਨਾ ਜਨੇਊ ਬਾਬਤ ਕਿ ਕਸ਼ਮੀਰੀ ਪੰਡਤਾਂ ਨੇ ਆ ਕੇ ਪੁਕਾਰ ਕੀਤੀ, ਉਹ ਹੋ ਸਕਦਾ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੋਵੇ ਕਿਉਂਕਿ ਉਸ ਵਕਤ ਜਿਹੜਾ ਸੀ ਨਾ ਕੇਂਦਰ ਦੀ ਜਿਹੜੀ ਮੁਗਲਿਆ ਸਰਕਾਰ ਸੀ ਉਹ ਕਮਜ਼ੋਰ ਹੋ ਰਹੀ ਸੀਗੀ। ਉਹਦਾ ਜਿਹੜਾ ਖੇਤਰਫਲ ਸੀ ਉਹ ਬਹੁਤ ਫੈਲ ਗਿਆ ਸੀ, ਤਕਰੀਬਨ ਸਾਰੇ ਭਾਰਤ ਵਰਸ਼ ਦੇ ਵਿੱਚ ਸੀ, ਪਰ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਬਗਾਵਤਾਂ ਉੱਠਦੀਆਂ ਰਹਿੰਦੀਆਂ ਸੀ। ਮਿਸਾਲ ਦੇ ਤੌਰ 'ਤੇ 30 ਸਾਲ ਔਰੰਗਜ਼ੇਬ ਨੂੰ ਜਿਹੜੀਆਂ ਦੱਖਣ ਦੀਆਂ ਮੁਸਲਮਾਨੀ ਰਿਆਸਤਾਂ ਸਨ ਉਹਨਾਂ ਦੀ ਬਗਾਵਤ ਦਬਾਉਣ ਦੀ ਖਾਤਰ
ਉੱਥੇ ਠਹਿਰਨਾ ਪਿਆ ਸੀਗਾ ਜੀ। ਔਰ ਉੱਥੋਂ ਵਾਪਸ ਆਉਂਦੇ ਦਾ ਫਿਰ ਔਰੰਗਾਬਾਦ ਦੇ ਵਿੱਚ ਦੇਹਾਂਤ ਹੋ ਗਿਆ ਸੀ। ਉਸੇ ਤਰ੍ਹਾਂ ਇੱਧਰ ਦੀਆਂ ਜਿਹੜੀਆਂ ਪਹਾੜੀ ਇਲਾਕਿਆਂ ਦੀਆਂ ਰਿਆਸਤਾਂ ਸਨ, ਜਿਵੇਂ ਬਿਲਾਸਪੁਰ ਦਾ ਬਹੁਤ ਜ਼ਿਕਰ ਆਉਂਦਾ, ਬਿਲਾਸਪੁਰ ਰਿਆਸਤ ਦਾ, ਜਿਨ੍ਹਾਂ ਦੇ ਵਿੱਚ ਕੁਝ ਹਿੰਦੂ ਸਨ, ਕੁਝ ਸਰਹੰਦਾਂ ਮੁਸਲਮਾਨ ਵੀ ਸੀ। ਇਹਨਾਂ ਦੇ ਵਿੱਚ ਵੀ ਆਪਸ ਵਿੱਚ ਹੀ ਕੋਈ ਖਹਿਬਾਜ਼ੀ ਬਣੀ ਰਹਿੰਦੀ ਸੀ। ਦਰਅਸਲ ਜਿਹੜਾ ਦਿੱਲੀ ਦਾ ਸ਼ਹਿਨਸ਼ਾਹ ਸੀ, ਉਹਦੀ ਇੱਕ ਪਾਲਿਸੀ ਵੀ ਇਹ ਸੀ ਕਿ ਇਹ ਰਾਜੇ ਨੇ ਜਿਹੜੇ ਨਿੱਕੇ ਮੋਟੇ ਆਪਸ ਵਿੱਚ ਲੜਦੇ ਰਹਿਣ ਤਾਂ ਕਿ ਉਹਨਾਂ ਦੀ ਜਿਹੜੀ ਆਪ ਦੀ ਹਕੂਮਤ ਹੈ ਨਾ ਉਹ ਕਾਇਮ ਰਹੇ। ਇਹਨਾਂ ਸਵਾਲਾਂ ਦੇ ਵਿੱਚ ਜੁੜਦਾ ਇੱਕ ਸਵਾਲ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਫਿਰ ਅਨੰਦਪੁਰ ਸਾਹਿਬ ਜਦੋਂ ਉਹ ਕਿਸ ਤਰ੍ਹਾਂ ਆਏ ਇੱਥੇ? ਉਹ ਪਟਨੇ ਤੋਂ ਮਤਲਬ ਫਿਰ ਅਨੰਦਪੁਰ ਸਾਹਿਬ ਆ ਜਾਂਦੇ ਨੇ ਜੀ। ਤੇ ਫਿਰ ਬਿਲਾਸਪੁਰ ਰਿਆਸਤ ਵੀ ਇਹਦਾ ਹਿੱਸਾ ਸੀਗਾ? ਨਹੀਂ, ਬਿਲਾਸਪੁਰ ਰਿਆਸਤ ਦੇ ਵਿੱਚ ਮੱਖੋਵਾਲ ਪਿੰਡ ਸੀਗਾ ਜੀ, ਜਿਹਦੇ ਵਿੱਚ ਕਿ ਗੁਰੂ ਹਰਗੋਬਿੰਦ ਸਾਹਿਬ ਜਾ ਕੇ ਟਿਕੇ ਸਨ। ਠੀਕ ਹੈ ਜੀ। ਤੇ ਫਿਰ ਗੁਰੂ ਹਰ ਰਾਏ, ਗੁਰੂ ਹਰਕ੍ਰਿਸ਼ਨ ਮੱਖੋਵਾਲ ਦੇ ਵਿੱਚ ਹੀ ਟਿਕੇ ਰਹੇ। ਠੀਕ ਹੈ ਜੀ। ਤੇ ਗੁਰੂ ਤੇਗ ਬਹਾਦਰ ਨੇ ਫਿਰ ਮੱਖੋਵਾਲ ਦਾ ਨਾਂ ਬਦਲ ਕੇ ਬੇਬੇ ਨਾਨਕੀ ਚੱਕ ਰੱਖ ਦਿੱਤਾ ਸੀ। ਠੀਕ ਹੈ ਜੀ। ਜਿਹੜਾ ਬਾਅਦ ਦੇ ਵਿੱਚ ਫਿਰ ਅਨੰਦਪੁਰ ਸਾਹਿਬ ਦੇ ਨਾਂ ਦੇ ਨਾਲ ਵਿਕਸਿਤ ਹੋਇਆ। ਠੀਕ ਹੈ ਜੀ। ਤੇ ਗੁਰੂ ਸਾਹਿਬ ਜਦੋਂ ਇੱਥੇ ਆ ਗਏ, ਕਿਉਂਕਿ ਉਧਰ ਪੂਰਬ ਦੇ ਵਿੱਚ ਤਾਂ ਪ੍ਰਚਾਰ ਕਰਨੀ ਗਏ ਸੀ ਨਾ ਜੀ ਜੀ। ਤੇ ਫਿਰ ਕਸ਼ਮੀਰੀ ਪੰਡਤਾਂ ਦੇ ਨਾਲ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਮਤਲਬ ਜੋ ਪ੍ਰਚਾਰ ਕਰਕੇ ਮੁੜੇ ਤਾਂ ਉਹਨਾਂ ਦਾ ਬਹੁਤ ਇੱਕ ਵੱਡਾ ਬਿੰਬ ਬਣ ਗਿਆ ਸੀਗਾ ਜੀ, ਜਿਹੜਾ ਕਿ ਇੱਕ ਰੂਹਾਨੀ ਬੰਦੇ ਦਾ ਹੀ ਬਿੰਬ ਨਹੀਂ ਸੀ, ਇੱਕ ਉਸ ਤਰ੍ਹਾਂ ਦੇ ਬੰਦੇ ਦਾ ਵੀ ਬਿੰਬ ਸੀ ਜਿਹੜਾ ਕਿ ਲੋਕਾਂ ਨੂੰ ਜਾਗ੍ਰਿਤੀ ਦੇ ਰਿਹਾ ਸੀਗਾ। ਠੀਕ ਹੈ ਜੀ। ਇਸ ਕਰਕੇ ਮਤਲਬ ਵੱਖੋ ਵੱਖਰੇ ਇਲਾਕਿਆਂ ਤੋਂ ਉਹਨਾਂ ਦੇ ਕੋਲ ਲੋਕ ਸੀ ਜਿਹੜੇ ਆਪ ਦੇ ਦੁੱਖਾਂ ਤਕਲੀਫਾਂ ਨੂੰ ਆਵਾਜ਼ ਦੇਣ ਦੀ ਖਾਤਰ ਆਉਂਦੇ ਰਹਿੰਦੇ ਸੀਗੇ ਜੀ। ਕਸ਼ਮੀਰ ਇੱਕ ਇਸ ਤਰ੍ਹਾਂ ਦਾ ਇਲਾਕਾ ਸੀ ਜਿੱਥੇ ਕਿ ਬਹੁਤ ਸਦੀਆਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਦੋ ਕਾਰਨਾਂ ਕਰਕੇ ਲੁੱਟਿਆ ਜਾ ਰਿਹਾ ਸੀ। ਇੱਕ ਕਾਮਿਕ ਕਾਰਨ ਸੀ ਔਰ ਇੱਕ ਆਰਥਿਕ ਕਾਰਨ ਸੀਗਾ। ਠੀਕ ਹੈ ਜੀ। ਔਰ ਇਹ ਲੋਕ ਸੀ ਜਿਹੜੇ ਅੰਮ੍ਰਿਤਸਰ ਤਾਂ ਆਮ ਤੌਰ 'ਤੇ ਆਉਂਦੇ ਸੀ, ਕਸ਼ਮੀਰ ਦੇ ਲੋਕ, ਕਸ਼ਮੀਰ ਦੇ ਸੌਦਾਗਰ ਸੀ ਜਿਹੜੇ ਜੀ। ਜਿਹਨੇ ਸ਼ਾਹ ਹੁਸੈਨ ਦੀਆਂ ਜਿਹੜੀਆਂ ਕਾਫੀਆਂ ਨੇ ਉਹਦੇ ਵਿੱਚ ਜ਼ਿਕਰ ਹੈ ਕਿ ਕਿਸ ਤਰ੍ਹਾਂ ਕਸ਼ਮੀਰ ਦੇ ਸ਼ਾਲ ਵਗੈਰਾ ਜਿਹੜੀ ਸੀਗੇ ਉਹ ਇੱਥੇ ਬੜੇ ਹਰਮਨ ਪਿਆਰੇ ਸਨ ਪੰਜਾਬ ਦੇ ਵਿੱਚ। ਠੀਕ ਹੈ ਜੀ। ਇਸ ਕਰਕੇ ਮੇਰਾ ਜਿਹੜਾ ਅਨੁਮਾਨ ਬਣਦਾ ਕਿ ਜਦੋਂ ਗੁਰੂ ਅਰਜਨ ਸਾਹਿਬ ਨੇ ਇਹ ਬਾਣੀ ਸੰਕਲਿਤ ਕਰ ਲਈ ਜੀ ਔਰ ਉਸ ਨੂੰ ਸੁਸ਼ੋਭਿਤ ਕਰ ਦਿੱਤਾ ਹਰਿਮੰਦਰ ਸਾਹਿਬ ਦੇ ਵਿੱਚ ਜੀ, ਤਾਂ ਜਿਹੜੇ ਕਸ਼ਮੀਰੀ ਇਸ ਤਰ੍ਹਾਂ ਆਉਂਦੇ ਜਾਂਦੀ ਸੀ ਉਹਨਾਂ ਨੂੰ ਵੀ ਇੱਕ ਚੇਤਨਾ ਪਹੁੰਚੀ ਕਿ ਇਸ ਤਰ੍ਹਾਂ ਦੀ ਇੱਕ ਨਵੀਂ ਗੱਲ ਹੈ ਜਿਹੜੀ ਉਹ ਪੰਜਾਬ ਦੇ ਵਿੱਚੋਂ ਸ਼ੁਰੂ ਹੋ ਰਹੀ ਆ। ਠੀਕ ਹੈ ਜੀ। ਤੇ ਆਪਣੇ ਦੁੱਖ ਦਰਦ ਆਪਦੀਆਂ ਤਕਲੀਫਾਂ ਦੱਸਣ ਦੀ ਖਾਤਰ ਉਹ ਫਿਰ ਜਿਹੜੇ ਗੁਰੂ ਸਾਹਿਬਾਨ ਸਨ ਉਹਨਾਂ ਕੋ ਆਉਣ ਜਾਣ ਲੱਗ ਗਏ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਵੀ ਆਏ ਹੋਣਗੇ। ਪਰ ਮਤਲਬ ਉਹ ਜਿਹੜੀ ਘਟਨਾ ਹੈ ਨਾ ਉਹ ਮੈਨੂੰ ਬਹੁਤੀ ਵਾਸਤਵਿਕ ਨਹੀਂ ਲੱਗਦੀ ਕਿ ਇੱਕ ਜਨੇਊ ਦਾ ਜਨੇਊ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਇਹ ਕਿਹਾ ਹੋਵੇ ਕਿ ਆਪਣੇ ਬਾਲਕ ਦੇ ਸੁਝਾਅ 'ਤੇ ਕਿ ਮੈਂ ਆਪ ਜਾ ਕੇ ਉੱਥੇ ਸ਼ਹਾਦਤ ਦਿੰਦਾ। ਮਤਲਬ ਉਹਨਾਂ ਨੇ ਗੱਲ ਜ਼ਰੂਰ ਸੁਣੀ ਹੋਵੇਗੀ, ਉਹਨਾਂ ਦੇ ਮਨ ਦੇ ਵਿੱਚ ਵੀ ਆਇਆ ਹੋਵੇਗਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਇੱਥੇ ਕੁਝ ਵੀ ਹੋ ਸਕਦਾ, ਕਿਉਂਕਿ ਸਿੰਧ ਦੇ ਵਿੱਚ ਜਾਂ ਜਿਹੜੇ ਦੂਸਰੇ ਇਲਾਕੇ ਸਨ ਪੰਜਾਬ ਤੋਂ ਬਾਹਰ ਉੱਥੇ ਇਹ ਜਾਂ ਕੁਝ ਵੀ ਹੋ ਰਿਹਾ ਸੀਗਾ। ਸੋ ਆਪਣੇ ਅਨੰਦਪੁਰ ਸਾਹਿਬ ਦੇ ਲਾਗੇ ਸਾਗੇ ਔਰ ਉਸ ਤੋਂ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਦੂਰ ਵੀ ਉਹਨਾਂ ਨੇ ਲੋਕਾਂ ਨੂੰ ਜਾਗਰਤ ਕਰਨਾ ਸ਼ੁਰੂ ਕਰ ਦਿੱਤਾ ਜੀ, ਕਿਉਂਕਿ ਉਹ ਤਾਂ ਧਰਮ ਪ੍ਰਚਾਰ ਕਰਦੇ ਸਨ। ਇਸ ਕਰਕੇ ਰਿਆਸਤਾਂ ਦੀਆਂ ਜਿਹੜੀਆਂ ਹੱਦਾਬੰਦੀਆਂ ਸੀ ਉਹਨਾਂ ਲਈ ਕੋਈ ਮਹੱਤਵ ਨਹੀਂ ਸੀ ਰੱਖਦੀ। ਇਹ ਚੀਜ਼ ਦੇਖੀ ਗਈ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ
ਉਹਨਾਂ ਦੇ ਨਾਲ ਜਿੰਨੇ ਵੀ ਸਾਡੇ ਸਿੱਖ ਗੁਰੂਆਂ ਦੀ ਬਾਣੀ ਆ ਉਹ ਬਿਲਕੁਲ ਰਿਆਸਤਾਂ ਦੀਆਂ ਹੱਦਾਂ ਸਰਹੱਦਾਂ ਤੋਂ ਪਰੇ ਦੀ ਗੱਲ ਸੀਗੀ। ਉਹ ਸਰਬ ਮਾਨਿਆ ਸੀਗੀ ਔਰ ਸਰਬੱਤ ਦੇ ਭਲੇ ਵਾਸਤੇ ਉਸ ਦਾ ਪ੍ਰਚਾਰ ਇੱਕ ਤਰ੍ਹਾਂ ਦਾ ਹੋਇਆ। ਔਰ ਵੱਖ-ਵੱਖ ਰਾਜੇ ਜਿਹੜੇ ਨੇ, ਤੁਸੀਂ ਦੇਖੋ ਗਵਾਲੀਅਰ ਦੀ ਘਟਨਾ ਵੇਖ ਲਈਏ, ਉਹਦੇ ਵਿੱਚ ਜਿਹੜੇ ਆਪਣੇ ਕਿੰਨੇ ਲੜ ਫੜ ਕੇ ਉਹਨਾਂ ਨੂੰ ਉਹ ਨਿਕਲੇ, ਉੱਥੇ ਗੁਰੂ ਸਾਹਿਬ ਦਾ ਲੜ ਫੜ ਕੇ ਨਿਕਲੇ। ਸੋ ਇੱਕ ਤਰ੍ਹਾਂ ਦੀ ਜਿਹੜੀ ਸਾਡੀ ਗੁਰਬਾਣੀ ਹੈ ਉਹ ਬਿਲਕੁਲ ਹੱਦਾਂ ਸਰਹੱਦਾਂ ਤੋਂ ਪਰੇ ਦੀ ਗੱਲ ਹੈ, ਉਹ ਸਰਬ ਮਾਨਿਆ ਹੈ ਔਰ ਸਰਬੱਤ ਉਹਨੂੰ ਐਕਸੈਪਟ ਕਰਦੇ ਨੇ। ਤੇ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਵੇਲੇ ਕਿਹੜਾ ਐਸੀ ਘਟਨਾ ਵਾਪਰੀ ਕਿ ਉਹਨਾਂ ਨੂੰ ਫਿਰ ਦਿੱਲੀ ਲਿਜਾਇਆ ਗਿਆ, ਨਾਲ ਉਹਨਾਂ ਦੇ 3 ਹੋਰ ਜਿਹੜੇ ਸੇਵਕ ਸਨ ਉਹਨਾਂ ਦੇ ਨਾਲ ਜਿਹੜੇ ਗਏ ਨੇ, ਉਹਨਾਂ ਸ਼ਾਇਦ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ, ਜਿਹੜੇ ਕਿ ਮੇਰਾ ਖਿਆਲ ਉਹ ਵੀ ਉਹਨਾਂ ਨੇ ਵੀ ਇਹਨਾਂ ਦੇ ਨਾਲ ਰਲ ਕੇ ਸਿੱਖੀਜ਼ਮ ਨੂੰ ਅਡਾਪਟ ਕਰ ਲਿਆ ਸੀਗਾ। ਉਹ ਬ੍ਰਾਹਮਣ ਕੁਲ ਨੂੰ ਬਿਲੋਂਗ ਕਰਦੇ ਸੀਗੇ। ਤੇ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਘਟਨਾ ਵਾਪਰੀ ਇਹਨਾਂ ਦੀ? ਮਤਲਬ ਇਸ ਤਰ੍ਹਾਂ ਜੋ ਪ੍ਰਚਾਰ ਕਰਦੇ ਸੀ ਨਾ ਜੀ, ਉਹਨਾਂ ਲਈ ਰਿਆਸਤੀ ਸਰਹੱਦਾਂ ਸੀ ਜਿਹੜੀਆਂ ਕੋਈ ਮਾਇਨੇ ਨਹੀਂ ਸੀ ਰੱਖਦੀਆਂ ਜੀ। ਇਤਿਹਾਸਕ ਖੋਜ ਦੇ ਮੁਤਾਬਕ ਮੰਨਿਆ ਜਾਂਦਾ ਕਿ ਰੋਪੜ ਦੇ ਕੋਲ ਉਹ ਸਰਹੰਦ ਜਿਹੜੀ ਰਿਆਸਤ ਸੀ ਨਾ ਉਹਦੀ ਹੱਦ ਪਾਰ ਕਰਕੇ ਪ੍ਰਚਾਰ ਕਰਨ ਲੱਗ ਪਏ। ਕਹਿੰਦੇ ਫਾਰਸੀ ਦਾ ਐਜੂਕੇਸ਼ਨਲ ਸੈਂਟਰ ਹੁੰਦਾ ਸੀ ਉਸ ਟਾਈਮ, ਫਾਰਸੀ ਦਾ ਵੀ, ਤੇ ਜਿਹੜੀ ਇਸਲਾਮ ਦਾ ਜਿਹੜਾ ਕੱਟੜ ਪੱਖ ਸੀ ਨਾ ਉਹਦਾ ਵੀ ਕੇਂਦਰ ਸੀ, ਉਹਦਾ ਵੀ ਕੇਂਦਰ ਸਰਹੰਦ ਮੰਨਿਆ ਜਾਂਦਾ ਸੀ। ਸਰਹੰਦ ਮੰਨਿਆ ਜਾਂਦਾ ਸੀ। ਇਸ ਕਰਕੇ ਗੁਰੂ ਸਾਹਿਬ ਨੂੰ ਉੱਥੇ ਕਿਹਾ ਜਾਂਦਾ ਕਿ ਬੰਦੀ ਬਣਾ ਲਿਆ ਗਿਆ ਔਰ 3 ਮਹੀਨੇ ਉਹਨਾਂ ਨੂੰ ਬੰਦੀਪੁਣੇ ਦੇ ਵਿੱਚ ਰੱਖਿਆ ਗਿਆ, ਇੱਥੇ ਸਰਹੰਦ ਦੇ ਵਿੱਚ। ਤੇ ਫਿਰ ਦਿੱਲੀ ਕਦੋਂ ਗੁਰੂ ਸਾਹਿਬ ਨੇ ਆਪਣੇ ਕਦਮ ਰੱਖੇ ਉੱਥੇ? ਦਿੱਲੀ ਉਹ ਸਤੰਬਰ ਦੇ ਵਿੱਚ ਜਾਂਦੇ ਨੇ ਉਸੇ ਸਾਲ ਦੇ ਵਿੱਚ। ਅੱਛਾ ਜੀ। ਇਹਦਾ ਮਤਲਬ ਕਿ 2 ਮਹੀਨੇ ਜਿਹੜੇ ਦਿੱਲੀ ਪਹੁੰਚਣ ਦੇ ਵਿੱਚ ਵੀ ਲੱਗੇ ਹੋਣਗੇ ਉਹਨਾਂ ਨੂੰ। ਆਖਰ ਨੂੰ ਮਤਲਬ ਕਿਸੇ ਅਤਿਥੀ ਦੇ ਮੁਤਾਬਕ ਤਾਂ ਉਹਨਾਂ ਨੂੰ ਲਿਜਾ ਨਹੀਂ ਸੀ ਰਹੇ ਉੱਥੇ, ਔਰ ਫਿਰ ਕਿਤੇ ਉਹਨਾਂ ਦਾ ਠਹਿਰਾਓ ਵੀ ਹੋ ਜਾਂਦਾ ਸੀਗਾ ਰਾਹ ਦੇ ਵਿੱਚ। ਔਰ ਉੱਥੇ 3 ਹਫ਼ਤੇ ਤੋਂ ਮਗਰੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਔਰ ਉਹਨਾਂ ਦੇ ਨਾਲ ਉਹਨਾਂ ਨੂੰ ਪਹਿਲਾਂ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਗਏ ਸਨ, ਉਹਨਾਂ ਨੂੰ ਪਹਿਲਾਂ ਸ਼ਹੀਦ ਕੀਤਾ ਉਹਨਾਂ ਨੂੰ ਪਹਿਲਾਂ ਸ਼ਹੀਦ ਕੀਤਾ ਗਿਆ। ਇਹਨਾਂ ਨੂੰ ਉਹਨਾਂ ਤੋਂ ਮਗਰੋਂ ਸ਼ਹੀਦ ਸ਼ਹੀਦੀ ਦਾ ਕੁਛ ਕਾਰਨ, ਜਿਹਦਾ ਕੋਈ ਇਤਿਹਾਸਿਕ ਜਾਂ ਧਾਰਮਿਕ ਰੂਪ ਸਾਡੇ ਕੋਲ ਪ੍ਰਮਾਣਿਕਤਾ ਦੇ ਤੌਰ ਤੇ ਹੋਵੇ, ਕੁਛ ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ ਵਿਚਾਰ। ਮਤਲਬ ਆਮ ਤੌਰ 'ਤੇ ਤਾਂ ਇਹੀ ਮੰਨਿਆ ਜਾਂਦਾ ਨਾ ਕਿ ਉਹਨਾਂ ਨੂੰ ਇਸਲਾਮ ਕਬੂਲ ਕਰਨ ਦੀ ਖਾਤਰ ਕਿਹਾ ਗਿਆ ਜੀ, ਪਰ ਇਹ ਵੀ ਅੰਦਾਜ਼ਾ ਹੋ ਸਕਦਾ ਕਿ ਜਿਸ ਤਰ੍ਹਾਂ ਦਾ ਉਹ ਪ੍ਰਚਾਰ ਕਰ ਰਹੇ ਸਨ, ਅਸਾਮ ਤੱਕ ਪ੍ਰਚਾਰ ਕਰਨ ਚਲੇ ਗਏ ਸਨ, ਇੱਥੇ ਵੀ ਲਗਾਤਾਰ ਪ੍ਰਚਾਰ ਕਰ ਰਹੇ ਸਨ, ਉਹਦਾ ਵੀ ਤਾਂ ਰੋਸ ਹੋਵੇਗਾ ਬਾਦਸ਼ਾਹ ਨੂੰ। ਕਿਸੇ ਢੰਗ ਨਾਲ ਉਹਨਾਂ ਨੂੰ ਉਸ ਪ੍ਰਚਾਰ ਤੋਂ ਰੋਕਣ ਦਾ ਵੀ ਉਹਨਾਂ ਨੂੰ ਸੁਨੇਹਾ ਦਿੱਤਾ ਗਿਆ ਹੋਵੇਗਾ। ਔਰ ਤੁਸੀਂ ਦੇਖੋ ਉਹਨਾਂ ਦੇ ਇਸ ਸੁਨੇਹੇ ਦੇ ਨਾਲ ਜੋ ਪੂਰੀ ਦੁਨੀਆ ਦੇ ਵਿੱਚ ਇੱਕ ਸੁਨੇਹਾ ਗਿਆ, ਗੁਰੂ ਸਾਹਿਬ ਦੀ ਬਾਣੀ, ਗੁਰੂ ਸਾਹਿਬ ਦੀ ਸ਼ਹਾਦਤ। ਅੱਜ ਵੀ ਜਦੋਂ ਕੋਈ ਕੌਮ ਕਿਸੇ ਤਰ੍ਹਾਂ ਦੇ ਫੈਸਲੇ ਲੈਣ ਵਾਸਤੇ ਦੁਚਿੱਤੀ 'ਚ ਪੈ ਜਾਂਦੀ ਹੈ, ਤੇ ਉਹ ਹਮੇਸ਼ਾ ਸਾਡੇ ਸਿੱਖ ਗੁਰੂਆਂ ਦੀ ਬਾਣੀ ਨੂੰ ਪੜ੍ਹ ਕੇ ਤੇ ਗੁਰੂਆਂ ਦੀ ਸ਼ਹਾਦਤ ਨੂੰ ਮੱਦੇ ਨਜ਼ਰ ਰੱਖ ਕੇ ਉਹ ਆਪਣੇ ਨਿਆਂ ਦੇ ਰਸਤੇ ਦੇ ਵੱਲ ਤੁਰਦੀਆਂ ਨੇ। ਡਾਕਟਰ ਸਾਹਿਬ, ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਬਾਰੇ, ਉਹਨਾਂ ਦੀ ਬਾਣੀ ਬਾਰੇ, ਉਹਨਾਂ ਦੀ ਸ਼ਹਾਦਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਤੁਹਾਡਾ ਸਾਡੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਤੇ ਦਰਸ਼ਕੋ, ਇਸ ਦੇ ਨਾਲ ਹੀ ਅਸੀਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਤੋਂ ਵੀ, ਔਰ ਉਮੀਦ ਕਰਦੇ ਹਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ, ਉਹਨਾਂ ਦੀ ਜੀਵਨੀ ਨੂੰ ਔਰ ਉਹਨਾਂ ਦੀ ਸ਼ਹਾਦਤ ਨੂੰ ਤੁਸੀਂ ਵੀ ਉਹਦੇ ਉੱਤੇ ਗਹਿਰਾਈ ਨਾਲ ਅਧਿਐਨ ਕਰਕੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਬਾਣੀਆਂ ਅਤੇ ਸਿੱਖਿਆਵਾਂ ਦਾ ਤੁਸੀਂ ਵੀ ਸਿਮਰਨ ਕਰੋ ਔਰ ਉਹਨੂੰ ਆਪਣੀ ਜ਼ਿੰਦਗੀ 'ਚ ਅਪਣਾਓ, ਤਾਂ ਕਿ ਸਮਾਜ ਇੱਕ ਚੰਗੇ ਰਸਤੇ ਵੱਲ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ।